ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਪ੍ਰਮਾਣ ਤੋਂ ਬਿਨਾਂ ਕੋਈ ਵੀ ਵਿਦਵਾਨ, ਚਾਹੇ ਕੋਈ ਸਕਾਲਰ ਹੈ, ਗੁਰੂ ਸਾਹਿਬ ਦੀ ਬਾਣੀ ਦੇ ਪ੍ਰਮਾਣ ਤੋਂ ਬਿਨਾਂ ਉਸ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਉਸਨੇ ਸਵਾਲ ਜਿਹੜਾ ਕੀਤਾ ਸ਼ੇਖ ਇਬਰਾਹੀਮ ਨੇ ਗੁਰੂ ਨਾਨਕ ਸਾਹਿਬ ਨੂੰ, ਕਹਿੰਦਾ ਅਸੀਂ ਮੁਸਲਮਾਨ ਲੋਕ ਹਾਂ ਤੇ ਜਦੋਂ ਅਸੀਂ ਮਾਸ ਖਾਣ ਦੇ ਵਾਸਤੇ ਕਿਸੇ ਜੀਵ ਨੂੰ ਹਲਾਲ ਕਰਦੇ ਹਾਂ ਤੇ ਜਦੋਂ ਅਸੀਂ ਜੀਵ ਨੂੰ ਹਲਾਲ ਕਰਦੇ ਹਾਂ, ਜੇਕਰ ਹਲਾਲ ਕਰਨ ਦੇ ਦੌਰਾਨ ਕਲਮਾ ਪੜ੍ਹਦੇ ਹਾਂ ਤੇ ਉਹ ਮਾਸ ਖਾਣ ਦੇ ਕਾਬਿਲ ਹੈ, ਉਹ ਹਲਾਲ ਹੈ। ਪਰ ਜੇਕਰ ਕਲਮਾ ਨਹੀਂ ਪੜ੍ਹਿਆ ਜਾਂਦਾ ਤੇ ਉਹ ਮਾਸ ਹਰਾਮ ਹੈ। ਪਰ ਕਹਿੰਦਾ ਕਿ ਤੁਹਾਡੇ ਕੋਲ ਕੋਈ ਐਸਾ ਕਲਮਾ ਹੈ ਕਿ ਬੰਦੇ ਨੂੰ ਹਲਾਲ ਕੀਤਾ ਜਾਵੇ, ਖੂਨ ਵੀ ਨਿਕਲੇ, ਪਰ ਉਹ ਕਤਲ ਹਲਾਲ ਹੋਵੇ, ਹਰਾਮ ਨਾ ਹੋਵੇ। ਕਿਉਂਕਿ ਇਨਸਾਨ ਦਾ ਕਤਲ ਚਾਹੇ ਕਲਮਾ ਪੜ੍ਹ ਕੇ ਕੀਤਾ ਜਾਵੇ, ਚਾਹੇ ਕਲਮੇ ਤੋਂ ਬਿਨਾਂ ਕੀਤਾ ਜਾਵੇ, ਉਹ ਹਰਾਮ ਹੈ। ਹੁਣ ਇਸ ਸਵਾਲ ਦੇ ਬਾਰੇ, ਜਵਾਬ ਦੇ ਬਾਰੇ ਸੋਚ ਲਓ ਕਿ ਕਿੰਨਾ ਮੁਸ਼ਕਿਲ ਸਵਾਲ ਹੈ ਕਿ ਜਦੋਂ ਅਸੀਂ ਜੀਵ ਨੂੰ ਹਲਾਲ ਕਰਦੇ ਹਾਂ, ਜੇ ਕਲਮਾ ਪੜ੍ਹਦੇ ਹਾਂ ਤੇ ਉਹ ਹਲਾਲ ਹੈ, ਜੇ ਨਹੀਂ ਪੜ੍ਹਦੇ ਉਹ ਹਰਾਮ ਹੈ। ਪਰ ਮਨੁੱਖ ਨੂੰ ਕਿਸ ਤਰੀਕੇ ਦੇ ਨਾਲ ਹਲਾਲ ਕੀਤਾ ਜਾਵੇ ਕਿ ਉਹਦਾ ਖੂਨ ਵੀ ਨਿਕਲੇ ਪਰ ਉਹ ਕਤਲ ਹਰਾਮ ਨਾ ਹੋਵੇ, ਉਹ ਕਤਲ ਹਲਾਲ ਹੋਵੇ। ਗੁਰੂ ਨਾਨਕ ਸਾਹਿਬ ਨੇ ਉਸ ਤਲਵਾਰ ਨੂੰ ਬਣਾਉਣ ਦਾ ਤਰੀਕਾ ਵੀ ਦੱਸਿਆ, ਉਸ ਕਲਮੇ ਨੂੰ ਵੀ ਦੱਸਿਆ ਤੇ ਉਸ ਤਲਵਾਰ ਨੂੰ ਅਜ਼ਮਾ ਕੇ ਵੀ ਵੇਖਿਆ। ਇਤਿਹਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਸ ਦਾ ਜਵਾਬ ਦਿੱਤਾ। ਸ਼ਲੋਕ ਮਹੱਲਾ ਪਹਿਲਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ। ਗੁਰੂ ਸਾਹਿਬ ਕਹਿੰਦੇ ਨੇ, ਸ਼ੇਖ ਜੀ, ਸੱਚ ਕੀ ਕਾਤੀ। ਕਾਤੀ ਸ਼ਬਦ ਸੰਸਕ੍ਰਿਤ ਦੇ ਵਿੱਚੋਂ ਆਵੇ ਤੇ ਇਸ ਦਾ ਅਰਥ ਹੈ ਕੈਂਚੀ। ਸੇ ਸਿਰ ਕਾਤੀ ਮੁੰਨੀਨ, ਗਲ ਵਿੱਚ ਆਵੇ ਧੂੜ। ਫਾਰਸੀ ਦੇ ਵਿੱਚੋਂ ਆਵੇ ਤੇ ਇਸ ਦਾ ਅਰਥ ਹੈ ਖੰਜਰ। ਕਲ ਕਾਤੀ ਰਾਜੇ ਕਸਾਈ। ਪਾਤਸ਼ਾਹ ਕਹਿੰਦੇ ਕਿ ਖੰਜਰ ਤਿਆਰ ਕਰੋ ਬੰਦੇ ਨੂੰ ਹਲਾਲ ਕਰਨ ਦੇ ਵਾਸਤੇ। ਸੱਚ ਕੀ ਕਾਤੀ, ਉਹ ਖੰਜਰ ਸੱਚ ਦਾ ਹੋਵੇ। ਸੱਚ ਸਭ ਸਾਰ, ਸਾਰ ਲੋਹੇ ਨੂੰ ਕਿਹਾ ਜਾਂਦਾ ਹੈ। ਸੱਚ ਦਾ ਲੋਹਾ ਲਾਓ ਤੇ ਸੱਚ ਦਾ ਖੰਜਰ ਤਿਆਰ ਕਰੋ। ਘਾੜਤ ਤਿਸਕੀ ਅਪਰ ਅਪਾਰ, ਬੜੇ ਪਿਆਰ ਦੇ ਨਾਲ ਉਸ ਨੂੰ ਤਿਆਰ ਕਰੋ। ਫਿਰ ਜਦੋਂ ਤੁਸੀਂ ਖੰਜਰ ਨੂੰ ਤਿਆਰ ਕਰ ਲਿਆ, ਫਿਰ ਉਸ ਨੂੰ ਤਿੱਖਾ ਵੀ ਕਰਨਾ। ਫਿਰ ਕਹਿੰਦੇ ਸ਼ਬਦੇ ਸਾਣ ਰਖਾਈ ਲਾਏ। ਸ਼ਬਦ ਦੀ ਸਾਣ ਦੇ ਉੱਪਰ ਤਿੱਖਾ ਕਰੋ, ਸ਼ਬਦ ਦੀ ਸਾਣ ਦੇ ਉੱਪਰ ਉਸ ਨੂੰ ਤਿੱਖਾ ਕਰੋ। ਤਿੱਖਾ ਕਰਨ ਤੋਂ ਬਾਅਦ ਤੁਹਾਨੂੰ ਮਿਆਨ ਵੀ ਚਾਹੀਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਗੁਣ ਕੇ ਥੈਕੇ ਵਿੱਚ ਸਮਾਏ, ਉਹਨੂੰ ਗੁਣਾਂ ਦੇ ਮਿਆਨ ਦੇ ਵਿੱਚ ਪਾ ਲਓ। ਤੇ ਜਦੋਂ ਉਸ ਖੰਜਰ ਦਾ ਵਾਰ ਕਰੋਗੇ ਨਾ, ਤਿਸਕਾ ਕੁੱਠਾ ਹੋਵੇ ਸ਼ੇਖ, ਲਹੂ ਲੱਭ ਨਿਕੱਥਾ ਵੇਖ। ਕਹਿੰਦੇ ਸ਼ੇਖ ਇਬਰਾਹੀਮ ਜਦੋਂ ਸ਼ਬਦ ਦੀ ਤਲਵਾਰ ਦਾ ਵਾਰ ਕਰਕੇ ਵੇਖੇਗਾ ਨਾ ਤੇ ਬੰਦੇ ਦੇ ਜਿਸਮ ਦੇ ਵਿੱਚੋਂ ਵਿਕਾਰਾਂ ਦਾ ਲਹੂ ਨਿਕਲੇਗਾ ਔਰ ਉਹ ਕਤਲ ਵੀ ਹਲਾਲ ਹੋਵੇਗਾ। ਇਹ ਬਿੱਧ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸੀ ਔਰ ਗੁਰੂ ਨਾਨਕ ਸਾਹਿਬ ਨੇ ਉਸ ਖੰਜਰ ਨੂੰ ਵਰਤ ਕੇ ਦੱਸਿਆ ਤਲੰਬੇ ਦੇ ਵਿੱਚ। ਸੱਜਣ ਲੋਕਾਂ ਦੇ ਕਤਲ ਕਰਦਾ ਹੈ, ਰੋਜ਼ ਕਤਲ ਕਰਦਾ ਹੈ। ਕੀ ਉਸ ਦੇ ਕੋਲ ਲੋਹੇ ਦਾ ਖੰਜਰ ਨਹੀਂ? ਕੀ ਉਸ ਦੇ ਕੋਲ ਲੋਹੇ ਦੀ ਤਲਵਾਰ ਨਹੀਂ? ਕੀ ਉਸ ਦਾ ਇੱਕ ਧੜਾ ਨਹੀਂ ਹੋਵੇਗਾ ਠੱਗਾਂ ਦਾ ਜਿਹੜਾ ਇੰਨੇ ਵਿਅਕਤੀਆਂ ਨੂੰ ਕਤਲ ਕਰਦਾ ਹੋਵੇਗਾ? ਪਰ ਉਹਦੇ ਸਾਹਮਣੇ ਗੁਰੂ ਨਾਨਕ ਸਾਹਿਬ ਕਿਹੜੀ ਤਲਵਾਰ ਲੈ ਕੇ ਗਏ ਨੇ? ਸੱਚ ਕੀ ਕਾਤੀ ਸੱਜ ਸਭ ਸਾਰ। ਤੇ ਉਸ ਤਲਵਾਰ ਦੀ ਵਰਤੋਂ ਜਦੋਂ ਉਹਦੇ ਸਾਹਮਣੇ ਕੀਤੀ ਹੈ ਨਾ, ਤੇ ਗੁਰੂ ਸਾਹਿਬ ਨੇ ਉਸ ਸ਼ਬਦ ਦੀ ਤਲਵਾਰ ਦੇ ਨਾਲ ਸਿਰਫ ਇੰਨੀ ਗੱਲ ਕਹੀ ਹੈ, ਸੱਜਣਾ ਮੈਂ ਤੈਨੂੰ ਠੱਗ ਨਹੀਂ ਕਹਿੰਦਾ, ਮੈਂ ਤੇ ਤੈਨੂੰ ਤੇਰੇ ਨਾਮ ਦੀ ਪਰਿਭਾਸ਼ਾ ਦੱਸਣੀ ਚਾਹੁੰਦਾ। ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਉਹ ਸੱਜਣਾ ਸੱਜਣ ਤੇ ਉਹ ਹੁੰਦੇ ਨੇ ਜਿਹੜੇ ਸਾਥ ਹੀ ਨਹੀਂ ਛੱਡਦੇ। ਤੂੰ ਕਿਵੇਂ ਦਾ ਸੱਜਣ ਹੈ? ਸੱਜਣਤਾਈ ਦੇ ਪਰਦੇ ਹੇਠ ਜਗ੍ਹਾ ਦਿੰਦਾ ਹੈ, ਆਮੰਤਰਿਤ ਕਰਦਾ ਹੈ, ਘਰ 'ਚ ਰੱਖਦਾ ਹੈ, ਤੇ ਸੱਜਣਤਾਈ ਦੇ ਪਰਦੇ ਹੇਠ ਹੀ ਤੂੰ ਕਤਲ ਕਰ ਦਿੰਦਾ। ਤੂੰ ਕਿਵੇਂ ਦਾ ਸੱਜਣ ਹੈ? ਗੁਰੂ ਨਾਨਕ ਸਾਹਿਬ ਨੇ ਉਸ ਸੱਜਣ ਠੱਗ ਦੇ ਉੱਪਰ ਉਸ ਸ਼ਬਦ ਦੀ ਤਲਵਾਰ ਦਾ ਵਾਰ ਕੀਤਾ ਔਰ ਉਹ ਸੱਜਣ ਭਾਈ ਸੱਜਣ ਬਣ ਗਿਆ। ਵਕਤ ਬੀਤਿਆ, ਦੋ ਜਗਿਆਸੂ ਆ ਰਹੇ ਨੇ। ਜਦੋਂ ਦੋ ਜਗਿਆਸੂ ਆ ਰਹੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਜਿਹੜੀ ਕਤਲਗਾਹ ਸੀ ਉਹ ਹੁਣ ਧਰਮਸ਼ਾਲ ਬਣ ਚੁੱਕੀ ਹੈ। ਹੁਣ ਜਿਹੜਾ ਸੱਜਣ ਠੱਗ ਸੀ ਉਹ ਭਾਈ ਸੱਜਣ ਬਣ ਚੁੱਕਾ ਹੈ। ਇੱਕ ਜਗਿਆਸੂ ਦੂਜੇ ਨੂੰ ਕਹਿੰਦਾ ਅਸੀਂ ਤਲੰਬੇ ਪਿੰਡ ਦੀ ਸਰਾਂ ਦੇ ਵਿੱਚ ਨਹੀਂ ਰਹਿਣਾ, ਇੱਥੇ ਸੱਜਣ ਦੀ ਸਰਾਂ ਨਹੀਂ ਕਤਲਗਾਹ ਹੈ। ਉਹ ਲੋਕਾਂ ਨੂੰ ਕਤਲ ਕਰ ਦਿੰਦਾ ਹੈ। ਸੱਜਣ ਹੁਣ ਦਰਵੇਸ਼ ਦੇ ਭੇਸ ਦੇ ਵਿੱਚ ਹੈ। ਜਦੋਂ ਇਹ ਆਵਾਜ਼ ਕੰਨੀ ਪੈਂਦੀ ਹੈ ਤੇ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਤੁਸੀਂ ਇਸੇ ਸਰਾਂ ਦੇ ਵਿੱਚ ਰਹਿ ਸਕਦੇ ਹੋ, ਕਿਉਂਕਿ ਜਿਹੜਾ ਸੱਜਣ ਲੋਕਾਂ ਨੂੰ ਕਤਲ ਕਰਦਾ ਸੀ ਉਸ ਨੂੰ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ।
ਉਸ ਸੱਜਣ ਨੂੰ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜੀਆਂ ਰਹਿਮਤਾਂ ਤੇ ਜਿਹੜੀਆਂ ਵਡਿਆਈਆਂ ਸਾਨੂੰ ਬਖਸ਼ਿਸ਼ ਕੀਤੀਆਂ, ਮਨੁੱਖਤਾ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦਾ ਜਿਹੜਾ ਸੰਦੇਸ਼ ਸਾਨੂੰ ਦਿੱਤਾ, ਕੀ ਉਹ ਸੰਦੇਸ਼ ਸਾਡੇ ਪੱਲੇ ਹੈ? ਮੈਂ ਤੇ ਸੋਚਦਾ ਹੈ ਕਿ ਅੱਜ ਸਿੱਖਾਂ ਨੂੰ ਹੀ ਨਹੀਂ, ਮੈਂ ਇਹਨੂੰ ਬਦਕਿਸਮਤੀ ਕਹਿੰਦਾ। ਮੈਂ ਪਰਮਪਾਲ ਹੁਣਾਂ ਨਾਲ ਕਈ ਵਾਰੀ ਗੱਲ ਕਰਦਾ ਹੁੰਦਾ, ਸਾਡੀ ਬਦਕਿਸਮਤੀ ਹੈ ਕਿ ਗੁਰੂ ਨਾਨਕ ਦੀ ਗੱਲ ਸਿੱਖਾਂ ਨੂੰ ਦੱਸਣੀ ਪੈ ਰਹੀ ਹੈ। ਕਿਸਮਤ ਵਾਲੇ ਤਾਂ ਹੁੰਦੇ ਗੁਰੂ ਨਾਨਕ ਸਾਹਿਬ ਦੀ ਗੱਲ ਲੋਕਾਂ ਦੇ ਧਰਮਾਂ 'ਚ ਜਾ ਕੇ ਦੱਸਦੇ। ਅੱਜ ਤਾਂ ਬਦਕਿਸਮਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਲ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਦੱਸਣੀ ਪੈ ਰਹੀ ਹੈ, ਜਦੋਂ ਕਿ ਇਸ ਸਾਰੇ ਦੇਸ਼ ਨੂੰ ਹੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਲੋੜ ਹੈ। ਕਿਤੇ ਵੇਖੋ ਤਾਂ ਸਹੀ, ਕਿਤੇ ਆਪਣੀ ਮਾਨਸਿਕਤਾ ਦੇ ਤਸੱਵਰ ਤਾਂ ਕਰੋ, ਜਦੋਂ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆ ਰਿਹਾ ਹੋਵੇਗਾ ਤੇ ਇੱਥੋਂ ਦੇ ਲੋਕ ਨਿੰਬੂਆਂ ਤੇ ਮਿਰਚਾਂ ਤੇ ਆਸ ਰੱਖ ਰਹੇ ਹੋਣਗੇ। ਸੋਚੋ ਤੇ ਸਹੀ, ਇੱਕ ਪਾਸੇ ਤਲਵਾਰ ਹੋਵੇਗੀ ਤੇ ਗੁਰੂ ਨਾਨਕ ਸਾਹਿਬ ਜਦੋਂ ਕਹਿ ਰਹੇ ਹੋਣਗੇ ਕੋਟੀ ਹੂ ਪੀਰ ਵਰਜਰ ਹਾਏ ਜਾਂ ਮੀਰ ਸੁਣਿਆ ਧਾਇਆ, ਇੱਕ ਪਾਸੇ ਬਾਬਰ ਹਿੰਦੁਸਤਾਨ ਤੇ ਹਮਲਾਵਰ ਹੋ ਕੇ ਆ ਰਿਹਾ ਹੋਵੇਗਾ ਤੇ ਇੱਥੋਂ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੋਵੇਗਾ, ਨਹੀਂ ਤੁਸੀਂ ਤਲਵਾਰ ਨਾ ਚੁੱਕਿਓ, ਤੁਸੀਂ ਸ਼ਮਸ਼ੀਰਬਾਜ਼ੀ ਨਾ ਕਰਿਓ, ਤੁਸੀਂ ਤੇਗਜਨ ਨਾ ਹੋਇਓ, ਅਸੀਂ ਤਾਂ ਹਵਨ ਮੰਤਰ ਜਗ ਐਸੇ ਕਰਨੇ ਨੇ ਕਿ ਬਾਬਰ ਦੀ ਆਉਣ ਵਾਲੀ ਫੌਜ ਨੇ ਅੰਨਾ ਹੋ ਜਾਣਾ। ਤੇ ਕੀ ਇਸ ਸਿੱਖਿਆ ਦੀ ਸਾਨੂੰ ਅੱਜ ਲੋੜ ਨਹੀਂ? ਅੱਜ ਵੀ ਤਾਂ ਇਹੀ ਕੁਝ ਕਰਦੇ ਆ ਨਾ। ਚਲੇ ਗਏ ਕਿਸੇ ਜੋਤਸ਼ੀ ਦੇ ਕੋਲ, ਕਿਸੇ ਬਾਬੇ ਦੇ ਕੋਲ, ਕਿਸੇ ਪਖੰਡੀ ਦੇ ਕੋਲ, ਇਹੀ ਕੁਝ ਕਰ ਰਹੇ ਆ ਨਾ। ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਦੱਸਿਆ? ਕੋਟੀ ਹੂ ਪੀਰ ਵਰਜਰ ਹਾਏ ਜਾਂ ਮੀਰ ਸੁਣਿਆ ਧਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁਸ਼ ਮੁਸ਼ ਕੋਇਰ ਰੁਲਾਇਆ। ਤੇ ਅੱਜ ਤੁਸੀਂ ਵੇਖਦੇ ਨਹੀਂ ਕਿ ਉਹੀ ਮਾਨਸਿਕਤਾ ਭਾਰੂ ਹੁੰਦੀ ਜਾ ਰਹੀ ਹੈ। ਸੌਦੇ ਜਹਾਜ਼ਾਂ ਦੇ ਹੁੰਦੇ ਨੇ ਤੇ ਬੰਨੇ ਨਾਲ ਨਿੰਬੂ ਜਾਂਦੇ ਨੇ। ਬੜੀ ਅਜੀਬ ਗੱਲ ਆ। ਪਿੰਡ ਦੇ ਵਿੱਚ ਹੁਣ ਕੋਈ ਸਬਜ਼ੀ ਵੇਚਣ ਵਾਲਾ ਆ ਜਾਏ ਨਾ, ਸਬਜ਼ੀ ਵੇਚਣ ਵਾਲਾ ਵੇਚ ਰਿਹਾ ਸੀ, ਸਬਜ਼ੀ ਲੈ ਲਓ, ਸਬਜ਼ੀ ਲੈ ਲਓ। ਇੱਕ ਮਾਤਾ ਨੇ ਆਵਾਜ਼ ਦਿੱਤੀ, ਕਹਿੰਦੀ ਵੀਰਾ ਨਿੰਬੂ ਤੇ ਮਿਰਚਾਂ ਹੈਗੀਆਂ। ਕਹਿੰਦਾ ਬੀਬੀ ਕੀ ਕਰਨੀ ਆ? ਕਹਿੰਦੀ ਚਾਰ ਹੀ ਪਾਉਣਾ, ਰੀਸ ਕਿਹੜੇ ਜਹਾਜ਼ ਖਰੀਦੇ ਆ। ਇਹ ਹਾਲਾਤ ਬਣਦੇ ਜਾ ਰਹੇ ਨੇ ਸਾਡੇ। ਕਹਿੰਦਾ ਬੀਬੀ ਚਾਰ ਹੀ ਪਾਉਣਾ, ਅਸੀਂ ਕਿਹੜੇ ਜਹਾਜ਼ ਖਰੀਦੇ ਆ। ਇਹ ਹਾਲਾਤ ਹੁੰਦੇ ਜਾ ਰਹੇ ਨੇ ਸਾਡੇ ਦੇਸ਼ ਦੇ। ਇਹ ਸਾਨੂੰ ਸਮਝਣਾ ਪਵੇਗਾ ਕਿ ਕੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਸਮੇਂ ਦੇ ਨਾਲ ਤਰਕ ਸੰਗਤ ਕਰਕੇ ਲੋਕਾਂ ਤੱਕ ਪਹੁੰਚਾਉਣੀਆਂ ਨੇ, ਜਾਂ ਅਸੀਂ ਇਸੇ ਤਰ੍ਹਾਂ ਦੇ ਨਾਲ ਆਪਣੇ ਤੱਕ ਵੀ ਸੀਮਤ ਨਹੀਂ ਕਰਨੀਆਂ। ਫਰਜ਼ ਤਾਂ ਇਹ ਬਣਦਾ ਹੈ ਕਿ ਸਾਰੀ ਦੁਨੀਆ ਤੱਕ। ਕਿੰਨੀ ਵੱਡੀ ਗੱਲ ਡਾਕਟਰ ਮੁਹੰਮਦ ਇਕਬਾਲ ਨੇ ਕਹਿ ਦਿੱਤੀ। ਉਸਨੇ ਕਿਹਾ ਆਸ਼ਕਾਰ ਉਸਨੇ किया जिंदगी के राज को, हिंद को लेकिन ख्याली फलसफे पर नाज था। ਕਹਿੰਦਾ ਗੁਰੂ ਨਾਨਕ ਸਾਹਿਬ ਨੇ ਤਾਂ ਜ਼ਿੰਦਗੀ ਦੇ ਰਾਜ ਪ੍ਰਗਟ ਕਰ ਦਿੱਤੇ, ਆਸ਼ਕਾਰ ਕਰ ਦਿੱਤੇ, ਤੇ ਹਿੰਦ ਦੇ ਲੋਕਾਂ ਨੂੰ ਖਿਆਲੀ ਫਲਸਫਾ, ਮਾਈਥੋਲੋਜੀ ਦੇ ਉੱਪਰ ਆਪਣਾ ਸੀ, ਮਿਥਿਹਾਸ ਦੇ ਉੱਪਰ ਟਿਕਾਇਆ ਹੋਇਆ ਸੀ। ਕਿ ਇਹ ਵਿਚਾਰਧਾਰਾ ਅੱਜ ਅਸਰ ਅੰਦਾਜ਼ ਨਹੀਂ ਹੈ। ਅੱਜ ਵੀ ਤਾਂ ਇਹੋ ਕੁਝ ਹੋ ਰਿਹਾ ਦੇਸ਼ ਦੇ ਵਿੱਚ। ਅੱਜ ਵੀ ਸਾਨੂੰ ਉਸ ਸਦਾ ਦੀ ਲੋੜ ਹੈ ਜਿਹੜੀ ਸਦਾ ਨੇ ਕਦੀ ਇਹ ਗੱਲ ਕਹੀ ਸੀ ਕਿ ਫਿਰ ਉਠੀ ਆਖਿਰ ਸਦਾ, ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਿਲ ਨੇ ਜਗਾਇਆ ਖਾਬ ਸੀ। ਅੱਜ ਵੀ ਜਗਾਉਣ ਦੀ ਲੋੜ ਹੈ। ਤੇ ਜੇ ਤੁਸੀਂ ਅੱਜ ਵੀ ਨਾ ਜਾਗੇ ਤੇ ਫਿਰ ਕਿਸੇ ਦਿਨ ਨੂੰ ਤੁਸੀਂ ਡਾਕਟਰ ਮੁਹੰਮਦ ਇਕਬਾਲ ਦਾ ਉਹ ਸ਼ੇਰ ਬਹਿ ਕੇ ਪੜ੍ਹਿਆ ਕਰੋਗੇ, ਨਾਲ ਝੂਰਿਆ ਕਰੋਗੇ। ਤੁਸੀਂ ਕਿਹਾ ਕਰੋਗੇ ਸ਼ਮਾ ਅਕ ਹੋ ਮੁਨੱਵਰ, ਜੇ ਐਸੀ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਲੇਕਿਨ ਜ਼ਮੀ ਕਾਬਿਲ ਨਾ ਥੀ। ਇਹ ਸਾਨੂੰ ਕਹਿਣਾ ਪਿਆ ਕਰੇਗਾ। ਅੱਜ ਲੋੜ ਹੈ। ਮਾਂ ਬੋਲੀ ਤੋਂ ਅਸੀਂ ਦੂਰ, ਵਿਚਾਰਧਾਰਾ ਤੋਂ ਅਸੀਂ ਦੂਰ। ਡਾਕਟਰ ਰਾਜਵੰਤ ਸਿੰਘ ਹੁਣੀ ਕਹਿ ਰਹੇ ਨੇ ਉਹ ਪੰਜਾਬ ਦੇ ਵਿੱਚ 12,500 ਪਿੰਡ ਤੇ ਕੋਈ ਐਸਾ ਪਿੰਡ ਨਹੀਂ ਜਿਸ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਵੇ। ਵਾਧੂ ਗੁਰਦੁਆਰੇ, ਤੇ ਹਰ ਗੁਰਦੁਆਰੇ 'ਚ ਸਵੇਰੇ ਪੜ੍ਹਿਆ ਜਾਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤੇ ਸ਼ਾਮ ਨੂੰ ਪੜ੍ਹਿਆ ਜਾਂਦਾ ਬਲਹਾਰੀ ਕੁਦਰਤ ਵਸਿਆ। ਉਹ ਜਿੱਥੇ ਲੱਖਾਂ ਗੁਰਦੁਆਰਿਆਂ ਦੇ ਵਿੱਚ ਇਹ ਗੱਲ ਰੋਜ਼ ਪੜ੍ਹੀ ਜਾਂਦੀ ਹੈ, ਉਸ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਸਰਜ਼ਮੀਨ ਦੀ ਮਿੱਟੀ ਜ਼ਰਖੇਜ਼ ਨਾ ਰਹਿ ਗਈ, ਪਾਣੀ ਪੀਣ ਦੇ ਕਾਬਲ ਨਾ ਰਹਿ ਗਿਆ, ਹਵਾ ਸਾਹ ਲੈਣ ਦੇ ਕਾਬਲ ਨਹੀਂ ਰਹਿ ਗਈ। ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਅਖਵਾ ਰਹੇ। ਜਿਸ ਤਰ੍ਹਾਂ ਭੈਣ ਜੀ ਨੇ ਗੱਲ ਕੀਤੀ ਸੀ ਨਾ, ਮਨਪ੍ਰੀਤ ਨੇ, ਕਿ ਜਿਹਨੂੰ ਤੁਸੀਂ ਮੈਟਰੋ ਕਹਿੰਦੇ ਹੋ ਉਹਨੂੰ ਅਸੀਂ ਉੱਥੇ ਟਿਊਬ ਕਹਿੰਦੇ ਹਾਂ। ਮੇਰੇ ਇੱਕ ਰਿਸ਼ਤੇਦਾਰ ਬਾਹਰੋਂ ਆ ਗਈ ਸੇਬਾਂ ਦੀ ਰੇਹੜੀ ਤੇ ਖਲੋ ਕੇ, ਕਹਿੰਦੀ ਜਿਹਨੂੰ ਤੁਸੀਂ ਸੇਬ ਕਹਿੰਦੇ ਹੋ ਨਾ, ਅਸੀਂ ਉੱਥੇ ਐਪਲ ਕਹਿੰਦੇ ਹਾਂ। ਬਸ ਇਹੀ ਹਿਸਾਬ ਸਾਡਾ ਅੱਜ ਬਣਿਆ ਪਿਆ ਜੀ। ਇਹ ਸਾਡੀ ਅੱਜ ਦੀ ਵਿਚਾਰਧਾਰਾ ਹੈ। ਸਾਨੂੰ ਗੁਰੂ ਸਾਹਿਬ ਦੀ ਪਾਵਨ ਬਾਣੀ ਤੋਂ ਸਿੱਖਿਆ ਲੈਣੀ ਪਵੇਗੀ। ਇਹ ਵੇਖਣਾ ਪਵੇਗਾ ਕਿ ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਹੀਆਂ, ਕੀ ਉਹ ਉਹਨਾਂ ਲੋਕਾਂ ਨੂੰ ਸੰਬੋਧਿਤ ਸੀ ਜਾਂ ਸਾਨੂੰ ਸੰਬੋਧਿਤ ਨੇ? ਉਹ ਗੱਲਾਂ